ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਮਨਵੀਰ ਸਿੰਘ IBT ਓਵਰਸੀਜ਼ ਜਲੰਧਰ ਤੋਂ ਤੁਹਾਡਾ ਸਾਰਿਆਂ ਦਾ ਸਾਡੇ ਅਫੀਸ਼ੀਅਲ YouTube ਚੈਨਲ IBT ਓਵਰਸੀਜ਼ ਤੇ ਸਵਾਗਤ ਕਰਦਾ। ਸੋ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਮਿਸਟਰ ਪਾਰਸ ਗਰਗ। ਸੋ ਪਾਰਸ ਜੀ, ਤੁਹਾਡਾ ਬਹੁਤ-ਬਹੁਤ ਵੈਲਕਮ। ਥੈਂਕ ਯੂ ਸਰ। ਸੋ ਇਹਨਾਂ ਦੇ ਅੱਜ ਇੱਥੇ ਹੋਣ ਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਇਹਨਾਂ ਨੂੰ ਹੁਣ USA ਦਾ ਸਟੱਡੀ ਵੀਜ਼ਾ ਅਪਰੂਵ ਹੋਇਆ ਹੈ। ਮੈਂ ਇੱਕ ਵਾਰ ਤੁਹਾਨੂੰ ਪਾਸਪੋਰਟ ਚੈੱਕ ਕਰਾ ਦਿੰਨਾ। ਸੋ ਤੁਸੀਂ ਦੇਖ ਸਕਦੇ ਹੋ ਕਿ ਪਾਰਸ ਨੂੰ USA ਦਾ 5 ਈਅਰ ਦਾ ਸਟੱਡੀ ਵੀਜ਼ਾ F1 ਕੈਟਾਗਰੀ ਦਾ ਅਪਰੂਵ ਹੋਇਆ ਹੈ। ਸੋ ਅੱਜ ਦਾ ਇੰਟਰਵਿਊ ਆਪਾਂ ਪਾਰਸ ਜੀ ਦੇ ਨਾਲ ਕਰਾਂਗੇ ਤੇ ਪੁੱਛਾਂਗੇ ਉਹਨਾਂ ਤੋਂ ਕਿ ਇੰਟਰਵਿਊ ਦਾ ਕੀ ਐਕਸਪੀਰੀਅੰਸ ਸੀਗਾ, ਕਿੱਦਾਂ ਇਹਨਾਂ ਦੀ ਜਰਨੀ ਸਟਾਰਟ ਹੋਈ, ਕਿਸ ਤਰ੍ਹਾਂ ਇਹਨਾਂ ਨੇ ਕਿਹੜੀ ਯੂਨੀਵਰਸਿਟੀਜ਼ ਵਿੱਚ ਅਪਲਾਈ ਕੀਤਾ, ਕਿਹੜੇ ਕੋਰਸਿਸ ਲਈ ਇਹਨਾਂ ਨੇ ਅਪਲਾਈ ਕੀਤਾ, ਕਿੱਥੇ ਇਹਨਾਂ ਦਾ ਇੰਟਰਵਿਊ ਸ਼ੈਡਿਊਲ ਹੋਇਆ, ਥਰੂ ਆਊਟ ਦਾ ਜਰਨੀ ਆਫ 2 to 3 ਮੰਥਸ ਇਹਨਾਂ ਨੇ ਕੀ ਐਕਸਪੀਰੀਅੰਸ ਕੀਤਾ IBT ਦੇ ਨਾਲ ਚੱਲਦੇ ਹੋਏ ਐਂਡ ਕੀ ਕੁਝ ਕਮੀਆਂ ਰਹਿ ਗਈਆਂ ਸਾਡੇ ਵੱਲੋਂ, ਉਹਦੇ ਬਾਰੇ ਵੀ ਅਸੀਂ ਇਹਨਾਂ ਦੇ ਕੁਛੋਂ ਪੁੱਛਾਂਗੇ। ਸੋ ਪਾਰਸ, ਵੈਲਕਮ ਅਗੇਨ ਟੂ IBT। ਥੈਂਕ ਯੂ ਸਰ। ਸੋ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਕਾਫੀ ਅੱਛਾ ਲੱਗ ਰਿਹਾ ਸਰ। इट वाज अ लॉन्ग जर्नी, 2 to 3 महीने लगे सारे प्रोसेस कंप्लीट होने, बट फाइनली रिजल्ट आया एंड आई एम रियली थैंकफुल टू IBT। ਮੋਸਟ ਵੈਲਕਮ। ਸੋ ਤੁਸੀਂ ਇੱਕ ਵਰਡ ਯੂਜ਼ ਕੀਤਾ, ਇਟ ਵਾਸ ਅ ਲੌਂਗ ਜਰਨੀ। जी सर। ਅਕੋਰਡਿੰਗ ਟੂ ਅਸ ਇਟ ਇਜ਼ ਵਨ ਆਫ ਦਾ ਸ਼ਾਰਟੈਸਟ ਜਰਨੀ। ਅਸੀਂ ਮਾਰਕੀਟ ਦੇ ਵਿੱਚ ਦੇਖਦੇ ਹਾਂ ਜਿਸ ਤਰ੍ਹਾਂ ਸਟੂਡੈਂਟ ਸਾਡੇ ਕੋਲ ਆਉਂਦੇ ਆ ਐਂਡ ਰਿਫਿਊਜ਼ਲ ਤੋਂ ਬਾਅਦ ਵੀ ਸਟੂਡੈਂਟ ਆਉਂਦੇ ਆ। ਕੁਝ ਹੋਰ ਵੀ ਸਟੂਡੈਂਟ ਜਿਹੜੇ ਬਾਕੀ ਕੰਸਲਟੈਂਟ ਤੋਂ ਅਪਲਾਈ ਕਰਦੇ ਆ, 1 ਸਾਲ ਹੋ ਗਿਆ ਉਹਨਾਂ ਦੀ ਅਪਾਇੰਟਮੈਂਟ ਹੀ ਨਹੀਂ ਮਿਲੀ, ओके। 1.5 ਸਾਲ ਹੋ ਗਿਆ ਉਹਨਾਂ ਦੀ ਫਾਈਲ ਤੇ ਕੋਈ ਕੰਮ ਹੀ ਨਹੀਂ ਹੋਇਆ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਘੱਟ ਟਾਈਮ ਦੇ ਵਿੱਚ ਹੀ ਸਟੂਡੈਂਟ ਨੂੰ ਰਿਜ਼ਲਟ ਦਈਏ, ਜਾਂ ਤਾਂ ਉਹਦਾ ਵੀਜ਼ਾ ਆਵੇ ਜਾਂ ਬੰਦਾ ਕਿਸੇ ਪਾਸੇ ਲੱਗਣ ਜੋਗਾ ਹੋਵੇ। जी। ਸੋ ਨੈਕਸਟ ਪੁੱਛਦੇ ਹਾਂ ਕਿ ਤੁਸੀਂ ਕਦੋਂ ਆਪਣਾ ਪ੍ਰੋਸੈਸ ਸਟਾਰਟ ਕੀਤਾ ਸੀਗਾ, ਕੀ ਕੁਐਸਚਨ ਤੁਹਾਡੇ ਮਾਈਂਡ ਵਿੱਚ ਸੀਗੇ ਜਦੋਂ ਤੁਸੀਂ IBT ਨਾਲ ਕੰਟੈਕਟ ਕੀਤਾ ਵੀਜ਼ਾ ਨੂੰ ਲੈ ਕੇ? ਮੇਰਾ ਲੌਂਗ ਜਰਨੀ ਕਹਿਣ ਦਾ ਮਤਲਬ ਸੀਗਾ, ਮੇਰੀ ਜਰਨੀ ਤੁਹਾਡੇ ਨਾਲ ਮਿਲਣ ਤੋਂ 6 ਮਹੀਨੇ ਪਹਿਲਾਂ ਸ਼ੁਰੂ ਹੋ ਚੁੱਕੀ ਸੀ। ਵਿਦ IBT ਕਾਫੀ ਈਜ਼ੀ ਐਕਸਪੀਰੀਅੰਸ ਰਿਹਾ, ਸਾਰਾ ਕੁਝ ਬਹੁਤ ਹੀ ਆਸਾਨੀ ਨਾਲ ਹੋਇਆ। ਮੈਂ IBT ਆਉਣ ਤੋਂ ਪਹਿਲਾਂ IELTS ਐਗਜ਼ਾਮ ਦਿੱਤਾ, ਉਹਦੇ ਵਿੱਚ ਅੱਛੇ ਬੈਂਡ ਸਕੋਰ ਆਏ ਤਾਂ ਮੈਂ ਸੋਚਿਆ ਵੀ ਮੈਂ ਕੈਨੇਡਾ ਜਾਂ ਆਸਟ੍ਰੇਲੀਆ ਲਈ ਅਪਲਾਈ ਕਰਦਾ, ਬਟ ਮੈਨੂੰ ਕੋਈ ਵੀ ਯੂਨੀਵਰਸਿਟੀ ਜਾਂ ਕੋਈ ਵੀ ਕੋਰਸ ਮੇਰੇ ਪਸੰਦ ਦਾ ਨਹੀਂ ਮਿਲ ਰਿਹਾ ਸੀ। ਮੈਂ ਕਾਫੀ ਕੰਸਲਟੈਂਟਸ ਨੂੰ ਅਪਰੋਚ ਕੀਤਾ, ਉਹ ਹਰ ਇੱਕ ਦਾ ਕਹਿਣਾ ਇਹੀ ਸੀ ਵੀ ਤੁਸੀਂ ਸਾਡੇ ਨਾਲ ਆ ਜਾਓ, ਅਸੀਂ ਤੁਹਾਨੂੰ ਉੱਥੇ ਪਹੁੰਚਾ ਦੇਵਾਂਗੇ, ਬਟ ਉਹ ਮੇਰੀ ਪ੍ਰਾਇੋਰਟੀ ਨਹੀਂ ਸੀ। ਮੇਰੀ ਪ੍ਰਾਇੋਰਟੀ ਸੀਗੀ ਇੱਕ ਪਰਟੀਕੂਲਰ ਕੋਰਸ ਚੂਜ਼ ਕਰਨਾ, ਮੇਰੀ ਪ੍ਰਾਇੋਰਟੀ ਸੀ ਇੱਕ ਅੱਛੀ ਯੂਨੀਵਰਸਿਟੀ ਚੂਜ਼ ਕਰਨਾ। ਮੈਂ ਜਦੋਂ ਤੁਹਾਨੂੰ ਆ ਕੇ ਪਹਿਲੀ ਵਾਰੀ ਮਿਲਿਆ, ਤੁਹਾਡਾ ਇੱਕ ਬੜਾ ਯੂਨੀਕ ਕੁਐਸਚਨ ਸੀਗਾ ਵੀ ਮੇਰੀ ਪ੍ਰਾਇੋਰਟੀ ਕੀ ਹੈ, ਜੋ ਕਿ ਮੈਨੂੰ ਪਹਿਲਾਂ ਕਿਸੇ ਵੀ ਕੰਸਲਟੈਂਟ ਨੇ ਨਹੀਂ ਪੁੱਛੀ ਸੀ। ਉਹ ਕੁਐਸਚਨ ਸੁਣਨ ਤੋਂ ਬਾਅਦ ਮੈਨੂੰ ਲੱਗਿਆ ਕਿ ਹਾਂ ਵੀ ਮੈਂ ਸਹੀ ਜਗ੍ਹਾ ਤੇ ਆਇਆ। ਤੁਹਾਡੀ ਟੀਮ ਦੀ ਪੂਰੀ ਸਪੋਰਟ ਰਹੀ ਮੈਨੂੰ ਕਾਲਜਸ ਚੂਜ਼ ਕਰਵਾਉਣ ਦੇ ਲਈ ਜਾਂ ਮੇਰੇ ਮਤਲਬ ਦੇ ਕੋਰਸਿਸ ਚੂਜ਼ ਕਰਵਾਉਣ ਦੇ ਲਈ। ਸਿੰਸ ਮੇਰਾ ਬੈਕਗਰਾਊਂਡ, ਮੈਂ ਜੌਬ ਵੀ ਕੀਤੀ ਹੈ, ਮੇਰੀ ਗ੍ਰੈਜੂਏਸ਼ਨ ਹੈ, ਤਾਂ ਉਸ ਬੈਕਗਰਾਊਂਡ ਦੇ ਰਿਲੇਟਿਵ ਕੋਰਸਿਸ ਚੂਜ਼ ਕਰਵਾਉਣ ਦੇ ਲਈ ਬਹੁਤ ਜ਼ਿਆਦਾ ਹੈਲਪ ਕੀਤੀ IBT ਨੇ। ਐਂਡ ਓਵਰਆਲ ਐਕਸਪੀਰੀਅੰਸ ਮੇਰਾ ਬਹੁਤ ਹੀ ਅੱਛਾ ਰਿਹਾ, ਮੈਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਈ। I still remember the day you visited IBT ਐਂਡ ਜਦੋਂ ਮੈਂ ਤੁਹਾਡੇ ਨਾਲ ਮਿਲਿਆ ਮੈਨੂੰ ਲੱਗਾ ਕਿ ਸਟੂਡੈਂਟ ਦੀ ਪ੍ਰੋਫਾਈਲ ਬਹੁਤ ਵਧੀਆ ਐਂਡ ਸਾਨੂੰ ਖੁਸ਼ੀ ਹੁੰਦੀ ਹੈ, ਇਵਨ ਸਾਡੀ ਟੀਮ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਵਧੀਆ ਪ੍ਰੋਫਾਈਲ ਤੇ ਕੰਮ ਕਰਕੇ ਵੀਜ਼ਾ ਲੈ ਕੇ ਦਿਖਾਓ। ਮਤਲਬ ਇੱਕ ਤਾਂ ਹੁੰਦਾ ਨਾ ਇਸ ਟਾਈਮ ਜੋ ਤੁਸੀਂ ਸਮਝਦੇ ਹੋ, ਤੁਸੀਂ ਬਾਕੀ ਕੰਸਲਟੈਂਟ ਦੀ ਗੱਲ ਕੀਤੀ, ਤੁਸੀਂ ਹਰ ਜਗ੍ਹਾ ਘੁੰਮ ਕੇ ਆਏ ਮਿਲੇ ਐਂਡ ਸਭ ਦਾ ਹੁੰਦਾ ਕਿ ਤੁਹਾਨੂੰ USA ਪਹੁੰਚਾ ਦਿੰਦੇ ਆ, ਪਰ ਉਸ ਤੋਂ ਬਾਅਦ ਦਾ ਪ੍ਰੋਸੈਸ ਕੁਝ ਨਹੀਂ ਪਤਾ, ਪਹੁੰਚਾਣਾ ਕਿੱਥੇ ਆ, ਕੱਲ ਨੂੰ ਬੱਚੇ ਦੇ ਐਂਡੇਵਰਸ ਕੀ ਹੈ, ਉਹ ਕਰੀਅਰ ਕਿੱਥੇ ਬਣਾਉਣਾ ਚਾਹੁੰਦਾ ਆਪਣਾ, ਉਹ ਕਿਹੜੀ ਯੂਨੀਵਰਸਿਟੀ ਵਿੱਚ ਜਾਣਾ ਚਾਹੁੰਦਾ, ਉਹ ਕਿਹੜੇ ਕੋਰਸ ਨੂੰ ਲੈ ਕੇ ਜਾਣਾ ਚਾਹੁੰਦਾ ਹੈ। ਜੀ। ਸੋ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਪਹਿਲਾਂ ਉਸ ਚੀਜ਼ ਨੂੰ ਫੁੱਲਫਿਲ ਕਰੋ। ਜੇ ਅਸੀਂ ਇਸ ਲਾਈਨ ਦੇ ਵਿੱਚ ਆਏ ਹਾਂ, ਜੇ ਅਸੀਂ ਵੀਜ਼ਾ ਦੀ ਕੰਸਲਟੈਂਸੀ ਦਾ ਕੰਮ ਕਰ ਰਹੇ ਹਾਂ, ਤਾਂ ਇੱਕ ਵਧੀਆ ਗਾਈਡੈਂਸ ਸਟੂਡੈਂਟ ਨੂੰ ਦਈਏ ਤਾਂ ਕਿ ਸਟੂਡੈਂਟ ਉੱਥੇ ਜਾ ਕੇ ਵੀ ਥੈਂਕਫੁਲ ਹੋਵੇ ਕਿ ਹਾਂ ਮੈਨੂੰ ਸਹੀ ਗਾਈਡ ਕੀਤਾ, ਮੇਰਾ ਵੀਜ਼ਾ ਹੈ ਤੇ ਹੁਣ ਮੇਰਾ ਅੱਛਾ ਕਰੀਅਰ ਇੱਕ ਸਮੂਥ ਵੇ ਨਾਲ ਚੱਲ ਰਿਹਾ। ਉਹ ਸਾਡੀ ਪ੍ਰਾਇੋਰਟੀ ਸਾਰੇ ਬੱਚਿਆਂ ਲਈ ਹੋਏਗੀ। ਜਿਹੜੇ ਵੀ ਬੱਚੇ IBT ਕੋਲ ਵਿਜ਼ਿਟ ਕਰਨਗੇ, ਇਹ ਸਾਡੀ ਮੇਨ ਪ੍ਰੈਫਰੈਂਸ ਹੁੰਦੀ ਹੈ ਕਿ ਉਹਨਾਂ ਨੂੰ ਅਸੀਂ ਉਹਨਾਂ ਦੀ ਉਸ ਮੰਜ਼ਿਲ ਤੱਕ ਪਹੁੰਚਾਈਏ ਜਿਹੜੀ ਉਹ ਘਰੋਂ ਇੱਕ ਵਾਰੀ ਸੋਚ ਕੇ ਨਿਕਲਿਆ। ਐਂਡ ਇਹ ਵੀ ਬਹੁਤ ਖੁਸ਼ੀ ਹੋਈ ਮੈਨੂੰ ਸੁਣ ਕੇ ਕਿ ਤੁਹਾਡੀ ਜਰਨੀ ਬਹੁਤ ਲੰਬੀ ਰਹੀ, ਕਿ ਤੁਸੀਂ ਰਿਸਰਚ ਬਹੁਤ ਪਹਿਲਾਂ ਹੀ ਸਟਾਰਟ ਕੀਤੀ। ਕਿਉਂਕਿ ਸਟੂਡੈਂਟ, ਮੈਂ ਵੀ ਜਿੰਨੇ ਵੀ ਵਿਊਅਰਸ ਇਸ ਸ਼ੋਅ ਨੂੰ ਦੇਖ ਰਿਹਾ, ਮੈਂ ਸਭ ਨੂੰ ਇਹ ਰਿਕੁਐਸਟ ਕਰਾਂਗਾ, ਜਦੋਂ ਤੁਸੀਂ ਘਰੋਂ ਨਿਕਲਦੇ ਹੋ ਕਿਸੇ ਤੇ ਬਲਾਈਂਡ ਫੇਥ ਨਾ ਕਰੋ। ਇੱਕ ਆਪਣੀ ਨੌਲੇਜ ਜ਼ਰੂਰ ਗੇਨ ਕਰਕੇ ਲਿਆਓ ਕਿ ਮੈਂ ਕਿੱਥੇ ਪਹੁੰਚਣਾ, ਮੈਂ ਕਿਹੜੇ ਕੋਰਸ 'ਤੇ ਜਾਣਾ, ਮੈਂ ਕੀ ਅੱਗੇ ਕਰਨਾ। ਸੋ ਸਾਨੂੰ ਵੀ ਖੁਸ਼ੀ ਹੁੰਦੀ ਹੈ ਇੱਦਾਂ ਦੀ ਪ੍ਰੋਫਾਈਲ ਤੇ ਕੰਮ ਕਰਕੇ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਸ ਦਿਨ ਇੰਟਰਵਿਊ ਦਾ ਕੀ ਐਕਸਪੀਰੀਅੰਸ ਸੀਗਾ? ਮੇਰੀ ਇੰਟਰਵਿਊ
ਐਕਸਪੀਰੀਅੰਸ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਇੰਟਰਵਿਊ ਪ੍ਰੈਪਰੇਸ਼ਨ ਮੇਰੀ ਕਿਸ ਤਰ੍ਹਾਂ ਦੀ ਗਈ ਸੀਗੀ। IBT ਟੀਮ ਨੇ ਮੈਨੂੰ ਮੇਰੇ ਟਾਈਮ ਦੇ ਅਕੋਰਡਿੰਗ ਉਹਨਾਂ ਨੇ ਮੈਨੂੰ ਅਕੋਮੋਡੇਟ ਕੀਤਾ, ਮੈਨੂੰ ਪਰਸਨਲ ਸੈਸ਼ਨਸ ਵੀ ਦਿੱਤੇ ਜਦੋਂ ਵੀ ਮੇਰੀ ਜ਼ਰੂਰਤ ਸੀਗੀ। ਉਹਨਾਂ ਨੇ ਮੈਨੂੰ ਜੋ ਵੀ ਐਕਸਪੈਕਟਡ ਕੁਐਸਚਨਸ ਹੁੰਦੇ ਆ ਇੰਟਰਵਿਊ ਦੇ ਵਿੱਚ ਆਮ ਤੌਰ ਤੇ ਪੁੱਛੇ ਜਾਂਦੇ ਆ ਉਹਨਾਂ ਬਾਰੇ ਪ੍ਰਿਪੇਅਰ ਕਰਵਾਇਆ। ਮੇਰੀ ਪ੍ਰੋਫਾਈਲ ਦੇ ਬੇਸ ਤੇ ਮੈਨੂੰ ਕੀ ਆਨਸਰ ਦੇਣਾ ਚਾਹੀਦਾ ਉਹ ਆਨਸਰ ਪ੍ਰਿਪੇਅਰ ਕਰਨ ਦੇ ਵਿੱਚ ਹੈਲਪ ਕੀਤੀ। ਐਂਡ ਔਨ ਦਾ ਡੇ ਆਫ ਇੰਟਰਵਿਊ ਮੇਰੇ ਲਈ ਕਾਫੀ ਸਮੂਥ ਐਕਸਪੀਰੀਅੰਸ ਰਿਹਾ। ਜੋ ਵੀ ਕੁਐਸਚਨਸ ਉਹਨਾਂ ਨੇ ਪੁੱਛੇ ਸੀ ਕੁਝ ਹੱਦ ਤੱਕ ਮੇਰੇ ਪਹਿਲਾਂ ਪ੍ਰਿਪੇਅਰਡ ਸੀ, ਕੁਝ ਹੱਦ ਤੱਕ ਐਕਸਪੈਕਟਡ ਸੀਗੇ। ਪਹਿਲਾ ਕੁਐਸਚਨ ਉਹਨਾਂ ਨੇ ਪੁੱਛਿਆ ਵੀ ਤੁਸੀਂ ਇਹ ਪਾਰਟਿਕੂਲਰ ਯੂਨੀਵਰਸਿਟੀ ਮੈਂ ਸੌਰੀ ਤੁਹਾਨੂੰ ਇੱਥੇ ਕੱਟਣਾ ਚਾਹਾਂਗਾ। ਬਹੁਤ ਸਾਰੇ ਵਿਊਅਰਸ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇੰਟਰਵਿਊ ਕਿੱਥੇ ਹੁੰਦਾ ਹੈ, ਉੱਥੇ ਦਾ ਕੀ ਮਾਹੌਲ ਹੁੰਦਾ ਹੈ ਐਂਡ ਤੁਹਾਡੀ ਕੀ ਪ੍ਰੈਫਰੈਂਸ ਹੈ, ਤੁਸੀਂ ਕੀ ਸ਼ੇਅਰ ਕਰਨਾ ਚਾਹੋਗੇ ਕਿ ਤੁਸੀਂ ਕਿਹੜੇ ਡਾਕੂਮੈਂਟ ਨਾਲ ਲੈ ਕੇ ਗਏ ਐਂਡ ਉੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਮਾਹੌਲ ਮਿਲਿਆ ਐਂਡ ਬਾਇਓਮੈਟ੍ਰਿਕ ਕਦੋਂ ਹੋਏ ਤੁਹਾਡੇ, ਇਹ ਸਾਰੇ ਥੋੜਾ ਤੁਸੀਂ ਡਿਟੇਲ ਚ ਦੱਸਣਾ ਚਾਹੋਗੇ ਤਾਂ ਕਿ ਸਟੂਡੈਂਟ ਜਿਹੜੇ ਹੁਣ ਇੰਟਰਵਿਊ ਲਈ ਜਾ ਰਹੇ ਆ ਉਹਨਾਂ ਦੇ ਮਨ ਚ ਇਹ ਹੁੰਦਾ ਕਿ ਉਸ ਦਿਨ ਕੀ ਹੋਣਾ ਹੈ। ਆਪਾਂ ਸ਼ੁਰੂ ਤੋਂ ਇੱਕ ਵਾਰੀ ਗਾਈਡ ਕਰੀਏ ਤਾਂ ਬੈਟਰ ਰਹੇਗਾ ਸਟੂਡੈਂਟਸ ਲਈ। ਸ਼ੋਰ ਸਰ। ਤਾਂ ਸਭ ਤੋਂ ਪਹਿਲਾਂ ਮੈਂ ਸਟੂਡੈਂਟਸ ਨੂੰ ਸੁਜੈਸਟ ਕਰਨਾ ਚਾਹੂੰਗਾ ਵੀ ਇੰਟਰਵਿਊ ਲਈ ਤੁਸੀਂ ਚੂਜ਼ ਕਰ ਸਕਦੇ ਹੋ ਤੁਸੀਂ ਕਿੱਥੇ ਦੇਣਾ ਚਾਹੁੰਦੇ ਹੋ। ਉਹ ਜੇ ਤੁਸੀਂ ਤੁਹਾਨੂੰ ਜ਼ਰੂਰੀ ਨਹੀਂ ਹੈ ਵੀ ਤੁਸੀਂ ਆਪਣੇ ਘਰ ਦੇ ਕੋਲੇ ਚੂਜ਼ ਕਰਨਾ ਤਾਂ ਤੁਸੀਂ ਪਲੀਜ਼ ਉਹ ਜਗ੍ਹਾ ਚੂਜ਼ ਕਰੋ ਜਿੱਥੇ ਰਿਜੈਕਸ਼ਨ ਰੇਟ ਘੱਟ ਹੈ। ਉਹ ਚੈੱਕ ਕਰਨ ਲਈ ਤੁਹਾਨੂੰ IBD ਟੀਮ ਹੈਲਪ ਕਰ ਸਕਦੀ ਹੈ। ਉਸ ਤੋਂ ਬਾਅਦ ਜਿੱਥੇ ਤੁਹਾਡਾ ਬਾਇਓਮੈਟ੍ਰਿਕਸ ਹੋਏਗਾ ਉੱਥੇ ਉਹਨਾਂ ਨੇ ਤੁਹਾਡੀ DS-160 ਫਾਰਮ ਤੇ I-20 ਫਾਰਮ ਚੈੱਕ ਕਰਨਾ ਹੈ। ਜਿਹੜੀ ਯੂਨੀਵਰਸਿਟੀ ਲਈ ਤੁਸੀਂ ਅਪਲਾਈ ਕਰ ਰਹੇ ਹੋ ਐਂਡ ਜਿਹੜੀ ਸਟੇਟ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਉਹਦੇ ਰਿਲੇਟਡ ਡਾਕੂਮੈਂਟਸ ਉਹਨਾਂ ਨੇ ਚੈੱਕ ਕਰਨੇ ਆ। ਉੱਥੇ ਸਿਰਫ ਤੁਹਾਡੀ ਫੋਟੋ ਹੋਏਗੀ ਤੇ ਤੁਹਾਡਾ ਫਿੰਗਰਪ੍ਰਿੰਟ ਰਿਕਾਰਡ ਕੀਤਾ ਜਾਏਗਾ। ਉਸ ਤੋਂ ਬਾਅਦ ਤੁਹਾਨੂੰ ਕੁਝ ਦਿਨ ਬਾਅਦ 1 ਜਾਂ 2 ਦਿਨ ਜਾਂ 3 ਦਿਨ ਬਾਅਦ ਤੁਹਾਡੀ ਇੰਟਰਵਿਊ ਦੀ ਅਪਾਇੰਟਮੈਂਟ ਮਿਲੇਗੀ। ਉਸ ਇੰਟਰਵਿਊ ਦੀ ਅਪਾਇੰਟਮੈਂਟ ਵੇਲੇ ਬਹੁਤ ਜ਼ਰੂਰੀ ਹੈ ਤੁਸੀਂ ਆਪਣਾ I-20 ਫਾਰਮ, ਪਾਸਪੋਰਟ ਤੇ ਫਾਈਨੈਂਸ਼ੀਅਲ ਡਾਕੂਮੈਂਟਸ ਜ਼ਰੂਰ ਕੈਰੀ ਕਰੋ। ਇਸ ਤੋਂ ਇਲਾਵਾ ਤੁਸੀਂ ਸੇਫਟੀ ਲਈ ਆਪਣੇ ਕਾਲਜ ਦੇ ਟ੍ਰਾਂਸਕ੍ਰਿਪਟਸ ਤੇ DS-160 ਫਾਰਮ ਤੇ ਹੋਰ ਵੀ ਰਿਲੇਟਿਵ ਡਾਕੂਮੈਂਟ ਜਾਂ ਤੁਹਾਡਾ ਕੋਈ ਵਰਕ ਐਕਸਪੀਰੀਅੰਸ ਹੈ ਜਾਂ ਤੁਹਾਡੇ ਕੋਈ ਰੈਫਰੈਂਸਿਸ ਹੈ ਤੁਸੀਂ ਉਹ ਪਲੀਜ਼ ਜ਼ਰੂਰ ਕੈਰੀ ਕਰੋ। ਮੇਰਾ ਜੋ ਐਕਸਪੀਰੀਅੰਸ ਰਿਹਾ ਮੈਂ ਚੇਨਈ ਕੌਂਸੂਲੇਟ ਦੇ ਵਿੱਚ ਅਪਲਾਈ ਕੀਤਾ ਸੀ। ਉੱਥੇ ਜਾ ਕੇ ਮੈਨੂੰ ਸਭ ਤੋਂ ਪਹਿਲਾਂ ਥੋੜਾ ਲੰਬਾ ਵੇਟ ਟਾਈਮ ਸੀ ਕਿਉਂਕਿ ਕਾਫੀ ਸਾਰੇ ਸਟੂਡੈਂਟਸ ਹੁੰਦੇ ਆ, ਸੇਮ ਡੇ ਅਪਾਇੰਟਮੈਂਟ ਹੁੰਦੀ ਹੈ। ਇੱਕ ਵਾਰੀ ਜਦੋਂ ਅਸੀਂ ਕੌਂਸੂਲੇਟ ਐਂਟਰ ਕੀਤਾ ਕਿੰਨੇ ਵਜੇ ਤੁਹਾਡਾ ਟਾਈਮ ਡਿਫਾਈਨ ਸੀਗਾ ਜਿਸ ਦਿਨ ਤੁਹਾਡਾ ਇੰਟਰਵਿਊ ਸੀਗਾ? ਮੇਰੀ ਅਪਾਇੰਟਮੈਂਟ ਸੀ 11 ਵਜੇ ਦੀ। ਮੈਂ 10 ਵਜੇ ਉੱਥੇ ਪਹੁੰਚ ਗਿਆ ਸੀ। ਮੈਨੂੰ 11:15 ਵਜੇ ਦੇ ਆਸ-ਪਾਸ ਉਹਨਾਂ ਨੇ ਐਂਟਰੀ ਦਿੱਤੀ ਉੱਥੇ। ਐਂਡ ਪਲੀਜ਼ ਕੀਪ ਇਨ ਮਾਈਂਡ ਜਲਦੀ ਜਾਣਾ ਬਹੁਤ ਜ਼ਰੂਰੀ ਹੈ ਬਿਕੋਜ਼ ਕਾਫੀ ਲੰਬੀ ਲਾਈਨ ਹੋ ਸਕਦੀ ਹੈ। ਤੁਹਾਨੂੰ ਵੇਟ ਟਾਈਮ ਜ਼ਿਆਦਾ ਵੀ ਕਰਨਾ ਪੈ ਸਕਦਾ ਹੈ। ਤੁਹਾਨੂੰ 11 ਵਜੇ ਦੀ ਜਿਵੇਂ ਮੇਰੀ ਅਪਾਇੰਟਮੈਂਟ ਸੀ, ਜੇ ਮੈਂ ਲੇਟ ਜਾਂਦਾ ਹੋ ਸਕਦਾ ਮੈਨੂੰ 12 ਵਜੇ ਐਂਟਰੀ ਮਿਲਦੀ। ਸੋ ਜੇ ਕੋਈ ਸਟੂਡੈਂਟ ਲੇਟ ਵੀ ਹੋ ਜਾਂਦਾ ਉਹ ਕੰਸੀਡਰ ਕਰ ਲੈਂਦੇ ਆ? ਦੇ ਮੇ ਕੰਸੀਡਰ। ਤੁਸੀਂ ਆਬਜ਼ਰਵ ਕੀਤਾ ਐਮਬੈਸੀ ਵਿੱਚ? ਮੇਰੇ ਸਾਹਮਣੇ ਕੋਈ ਇਹੋ ਜਿਹੀ ਚੀਜ਼ ਨਹੀਂ ਆਈ ਬਟ ਆਈ ਸੁਜੈਸਟ ਕਿ ਟਾਈਮ ਤੋਂ ਪਹਿਲਾਂ ਹੀ ਜਾਓ। Great. So it is always advised to be on time or at least before time. ਤਾਂ ਕਿ ਜੋ ਤੁਸੀਂ ਕੰਮ ਕਰਨ ਜਾ ਰਹੇ ਹੋ ਤੁਹਾਡਾ ਸਹੀ ਤਰੀਕੇ ਨਾਲ ਕੰਪਲੀਟ ਹੋ ਸਕੇ। ਜੀ। ਸੋ ਵਨਸ ਆਫਟਰ ਆਈ ਐਂਟਰਡ ਉਹਨਾਂ ਨੇ ਸਾਰੇ ਡਾਕੂਮੈਂਟਸ ਪਹਿਲਾਂ ਚੈੱਕ ਕੀਤੇ। ਦੇ ਮੇਕ ਸ਼ੋਰ ਕਿ ਤੁਹਾਡੇ ਡਾਕੂਮੈਂਟਸ ਇੱਕ ਪ੍ਰੋਪਰ ਸੀਕੁਐਂਸ ਦੇ ਵਿੱਚ ਅਰੇਂਜਡ ਹੈ। ਐਂਡ ਜਦੋਂ ਮੇਰੀ ਵਾਰੀ ਆਈ ਇੰਟਰਵਿਊ ਦੇ ਲਈ ਵੀਜ਼ਾ ਆਫਿਸਰ ਨੇ ਮੇਰੇ ਤੋਂ ਮੇਰਾ I-20 ਤੇ ਪਾਸਪੋਰਟ ਡਾਕੂਮੈਂਟ ਮੰਗਿਆ। ਹਾਲਾਂਕਿ ਮੇਰੇ ਤੋਂ ਪਹਿਲਾਂ ਜਿੰਨੇ ਇੰਟਰਵਿਊ ਦੇ ਰਹੇ ਸੀ ਉਹਨਾਂ ਤੋਂ ਉਹਨਾਂ ਦੇ ਕਾਲਜ ਦੇ ਡਾਕੂਮੈਂਟਸ ਤੇ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਮੰਗੇ ਹੈ। ਮੇਰੇ ਤੋਂ ਸਭ ਤੋਂ ਪਹਿਲਾ ਕੁਐਸਚਨ ਇਹ ਪੁੱਛਿਆ ਗਿਆ ਵੀ ਮੈਂ ਇਹ ਪਾਰਟਿਕੂਲਰ ਕਾਲਜ ਮੈਂ ਆਰਕੈਂਸਾ ਸਟੇਟ ਯੂਨੀਵਰਸਿਟੀ ਲਈ ਅਪਲਾਈ ਕੀਤਾ ਹੈ। ਇੱਕ ਸੈਕਿੰਡ ਮੈਂ ਥੋੜਾ ਇੰਟਰਪਟ ਕਰਾਂਗਾ। ਫਿਰ ਬਹੁਤ ਸਾਰੇ ਨਾ ਸਟੂਡੈਂਟ ਸਾਡੇ ਕੋਲ ਵਿਜ਼ਿਟ ਕਰਦੇ ਆ। ਸਰ ਕੀ ਇਹ ਬਹੁਤ ਜ਼ਰੂਰੀ ਹੈ ਜਿਸ ਦਿਨ ਅਸੀਂ ਇੰਟਰਵਿਊ ਲਈ ਜਾ ਰਹੇ ਹਾਂ ਅਸੀਂ ਆਪਣੇ ਫਾਈਨੈਂਸ਼ੀਅਲ ਲੈ ਕੇ ਜਾਈਏ ਕਿ ਨਾ ਜਾਈਏ, ਜਾਂ ਅਸੀਂ ਬਹਾਨੇ ਲਗਾ ਦਾਂ ਕਿ ਮੈਂ ਫਾਈਨੈਂਸ਼ੀਅਲ ਨਹੀਂ ਲਿਆ ਕੇ ਆ ਸਕਿਆ ਜਾਂ ਮੈਂ ਆਪਣੇ ਫਾਈਨੈਂਸ਼ੀਅਲ ਭੁੱਲ ਗਿਆ? ਕੀ ਤੁਸੀਂ ਆਬਜ਼ਰਵ ਕੀਤਾ ਕਿ ਐਮਬੈਸੀ ਦੇ ਵਿੱਚ ਕੌਂਸੂਲੇਟ ਦੇ ਵਿੱਚ ਤੁਹਾਡੇ ਕੋਲ ਫਾਈਨੈਂਸ਼ੀਅਲ ਮੰਗਦੇ ਆ? ਤੁਸੀਂ ਖੁਦ ਦੇਖਿਆ ਬਾਕੀ ਸਟੂਡੈਂਟਸ ਕੋ ਫਾਈਨੈਂਸ਼ੀਅਲ? ਮੇਰੇ ਕੋਲੋਂ ਫਾਈਨੈਂਸ਼ੀਅਲ ਉਹਨਾਂ ਨੇ ਨਹੀਂ ਮੰਗੇ ਬਿਕੋਜ਼ ਮੈਂ ਆਲਰੇਡੀ ਕਾਲਜ ਐਪਲੀਕੇਸ਼ਨ ਦੇ ਨਾਲ ਇੱਕ ਐਫੀਡੇਵਿਟ ਪ੍ਰੋਵਾਈਡ ਕਰ ਚੁੱਕਿਆ ਸੀ। ਕੁਝ ਸਟੂਡੈਂਟਸ ਤੋਂ ਫਾਈਨੈਂਸ਼ੀਅਲਸ ਮੰਗੇ ਵੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਉਹ ਤੁਹਾਡੇ ਕੋਲੋਂ ਫਾਈਨੈਂਸ਼ੀਅਲਸ ਮੰਗਣ ਬਟ ਇਟ ਇਜ਼ ਅ ਪਲੱਸ ਪੁਆਇੰਟ ਕਿ ਤੁਸੀਂ ਆਪਣੇ ਡਾਕੂਮੈਂਟਸ ਨਾਲ ਕੈਰੀ ਕਰ ਰਹੇ ਹੋ। ਗ੍ਰੇਟ। ਸੋ ਸਟੂਡੈਂਟ ਅਸੀਂ ਹਮੇਸ਼ਾ ਹੀ ਐਡਵਾਈਸ ਕਰਦੇ ਹਾਂ ਜੋ ਲਾਜ਼ ਜੋ ਇਮੀਗ੍ਰੇਸ਼ਨ ਦੇ ਰੂਲਸ ਐਮਬੈਸੀ ਦੁਆਰਾ ਬਣਾਏ ਗਏ ਉਹਨਾਂ ਨੂੰ ਜ਼ਰੂਰ ਫੋਲੋ ਕਰੀਏ। ਫਾਈਨੈਂਸ਼ੀਅਲਸ ਆਪਣੇ ਜੋ ਵੀ ਰਿਕੁਆਇਰਡ ਯੂਨੀਵਰਸਿਟੀ ਨੂੰ ਸਬਮਿਟ ਕੀਤੇ ਆ ਕੋਸ਼ਿਸ਼ ਕਰਿਓ ਜੈਨੂਇਨ ਹੋਣ ਤੇ ਸਹੀ ਤਰੀਕੇ ਨਾਲ ਇੱਕ ਪ੍ਰੋਪਰ ਫਾਈਨੈਂਸ਼ੀਅਲਸ ਹੋਣ ਜਿਹਦੇ 'ਚ ਕੋਈ ਕਮੀ ਨਾ ਹੋਵੇ। ਅਸੀਂ ਬਹੁਤ ਸਾਰੇ ਰਿਫਿਊਜ਼ਲਸ ਦੇਖਿਆ ਕਿ ਜਦੋਂ ਬੱਚਾ ਘੱਟ ਫੰਡ ਸ਼ੋ ਕਰਦਾ ਹੈ ਸੋ ਐਗਜ਼ੈਕਟ ਕਿੰਨੇ ਫੰਡ ਸ਼ੋ ਕਰਨੇ ਚਾਹੀਦੇ ਨੇ ਉਹਦੇ ਲਈ ਤੁਸੀਂ ਸਾਡੇ IBD ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਸਾਡੇ ਐਕਸਪਰਟ ਟੀਮ ਦੇ ਨਾਲ ਅਪਾਇੰਟਮੈਂਟ ਵਾਰਤਾ ਕਰ ਸਕਦੇ ਹੋ ਤੇ ਉਹਨਾਂ ਕੋ ਆਸ ਕਰ ਸਕਦੇ ਹੋ, ਪੁੱਛ ਸਕਦੇ ਹੋ ਕਿ ਕਿੰਨੇ ਫੰਡ ਸਾਨੂੰ ਦਿਖਾਣੇ ਚਾਹੀਦੇ ਆ ਕਿ ਆਪਣਾ ਵੀਜ਼ਾ ਬੜੇ ਆਰਾਮ ਨਾਲ ਮਿਲੇ ਤੇ ਕੋਈ ਵੀ ਵੀਜ਼ਾ ਵਿੱਚ ਦਿੱਕਤ ਨਾ ਆਵੇ। ਸੋ
ਅੱਗੇ ਕੰਟੀਨਿਊ ਕਰਦੇ ਆ ਕਿ ਤੁਸੀਂ ਪਹੁੰਚ ਕੇ ਕੌਂਸੂਲੇਟ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਆਪਣੇ ਡਾਕੂਮੈਂਟ ਪਾਸ ਔਨ ਕੀਤੇ ਜੀ। ਸੋ ਵੀਜ਼ਾ ਆਫਿਸਰ ਦਾ ਪਹਿਲਾ ਕੁਐਸਚਨ ਸੀਗਾ ਕਿ ਤੁਸੀਂ ਇਹ ਪਾਰਟਿਕੂਲਰ ਯੂਨੀਵਰਸਿਟੀ ਕਿਉਂ ਚੂਜ਼ ਕੀਤੀ। ਮੈਂ ਉਹਨਾਂ ਨੂੰ ਇਹਦੇ ਰਿਲੇਟਿਵ ਆਨਸਰ ਦਿੱਤਾ ਵੀ ਮੇਰਾ ਬੈਕਗ੍ਰਾਉਂਡ ਜੌਬ ਜੋ ਮੈਂ ਕੀਤੀ ਹੈ ਉਸ ਦੇ ਰਿਲੇਟਿਵ ਮੈਂ ਫੀਲਡ ਚੂਜ਼ ਕੀਤਾ ਹੈ ਐਂਡ ਇਹ ਯੂਨੀਵਰਸਿਟੀ ਮੈਨੂੰ ਉਸ ਫੀਲਡ ਦੇ ਵਿੱਚ ਕਾਫੀ ਅੱਛਾ ਕੋਰਸ ਪ੍ਰੋਵਾਈਡ ਕਰ ਰਹੀ ਹੈ। ਆਰਕੈਂਸਾ ਸਟੇਟ ਯੂਨੀਵਰਸਿਟੀ ਦਾ ਬਹੁਤ ਹੀ ਅੱਛਾ ਰਿਸਰਚ ਪ੍ਰੋਗਰਾਮ ਵੀ ਹੈ ਜਿਹੜਾ ਮੈਨੂੰ ਕਾਫੀ ਹੈਲਪ ਕਰੇਗਾ ਮੇਰੇ ਕੋਰਸ ਦੇ ਦੌਰਾਨ। ਸੈਕੰਡ ਕੁਐਸਚਨ ਉਹਨਾਂ ਨੇ ਮੈਨੂੰ ਪੁੱਛਿਆ ਵੀ ਮੇਰੀ ਗ੍ਰੈਜੂਏਸ਼ਨ ਦੇ ਵਿੱਚ ਕਿੰਨੇ ਮਾਰਕਸ ਸੀ ਤੇ ਮੈਂ ਕੀ ਜੌਬ ਕੀਤੀ ਹੈ। ਮੈਂ ਉਹਦੀ ਡਿਟੇਲ ਉਹਨਾਂ ਨੂੰ ਦੱਸੀ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਿਰਫ ਇਹ ਪੁੱਛਿਆ ਵੀ ਮੈਂ ਕਿਹੜੀ ਕੰਪਨੀਜ਼ ਦੇ ਵਿੱਚ ਜੌਬ ਕੀਤੀ ਹੈ। ਮੈਂ ਉਹਦੀ ਡਿਟੇਲ ਤੇ ਕਿੰਨੀ ਡਿਊਰੇਸ਼ਨ ਦੀ ਮੈਂ ਜੌਬ ਕੀਤੀ ਹੈ ਮੈਂ ਉਹ ਦੱਸਿਆ। ਉਸ ਤੋਂ ਬਾਅਦ ਉਹਨਾਂ ਨੇ ਜਸਟ ਮੈਨੂੰ ਦੱਸਿਆ ਵੀ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਹੈ, ਯੂ ਕੈਨ ਕਲੈਕਟ ਯੋਰ ਪਾਸਪੋਰਟ ਇਨ 5 days। ਸੋ ਦੈਟ ਵਾਸ ਸਮਥਿੰਗ ਜਿਸ ਲਈ ਆਪਾਂ ਪਿਛਲੇ 8-10 ਮਹੀਨੇ ਤੋਂ ਮਿਹਨਤ ਕਰ ਰਹੇ ਸੀਗੇ। ਜੀ ਸਰ। ਸੋ ਮਸਟ ਬੀ ਵੈਰੀ ਹੈਪੀ ਜਦੋਂ ਸੁਣਿਆ ਕਿ ਤੁਹਾਡਾ ਪਾਸਪੋਰਟ ਦੇ ਜਾਓ ਤੇ ਜਸਟ ਕਲੈਕਟਡ ਫਰੋਮ ਦਾ VFS ਜਾਂ ਫਿਰ ਤੁਸੀਂ ਆਪਣੇ ਡਿਫਾਈਨਡ ਐਡਰੈਸ ਦੇ ਉੱਪਰ। ਉਹ ਇੱਕ ਪਾਰਟਿਕੂਲਰ ਮੂਮੈਂਟ ਥੋੜਾ ਜਿਹਾ ਯੂਨੀਕ ਰਹੇਗਾ ਮੇਰੀ ਲਾਈਫ। ਰੁਕ ਜਾਂਦਾ ਸਮਾਂ ਕੋ ਨਾ, ਕਦੀ ਉਹ ਚੀਜ਼ਾਂ ਭੁੱਲ ਨਹੀਂ ਪਾਉਂਦੇ ਜਦੋਂ ਆਪਾਂ ਕੁਝ ਐਸੀ ਅਚੀਵਮੈਂਟ ਕਰਦੇ ਆ ਕਿ ਇੱਕ ਅੱਛੀ ਕੰਟਰੀ ਜਾ ਕੇ ਸਟੱਡੀ ਕਰਨਾ ਐਂਡ ਕੋਸ਼ਿਸ਼ ਕਰਨਾ ਉਸ ਤੋਂ ਬਾਅਦ ਕਿ ਆਪਣਾ ਸੈਟਲਮੈਂਟ ਵੀ ਵਧੀਆ ਹੋ ਸਕੇ। ਜੀ ਸਰ। ਸਪੈਸ਼ਲੀ ਮੈਂ ਸੋਚਦਾ ਵੀ ਜ਼ਰੂਰ ਮੇਰੇ ਤਰ੍ਹਾਂ ਦੇ ਹੋਰ ਬਹੁਤ ਸਟੂਡੈਂਟਸ ਹੋਣਗੇ ਜਿਨ੍ਹਾਂ ਨੂੰ ਇੱਕ ਪਾਰਟਿਕੂਲਰ ਫੀਲਡ ਜਾਂ ਪਾਰਟਿਕੂਲਰ ਡਿਗਰੀ ਦੀ ਇੱਛਾ ਹੋਗੀ ਵੀ ਉਹਨਾਂ ਨੇ ਉਹ ਪੂਰੀ ਕਰਨੀ ਹੈ ਐਂਡ ਜਦੋਂ ਉਹ ਇੱਕ ਰੀਅਲਾਈਜੇਸ਼ਨ ਹੁੰਦੀ ਹੈ ਵੀ ਹਾਂਜੀ ਤੁਸੀਂ ਹੁਣ ਉੱਥੇ ਜਾ ਸਕਦੇ ਹੋ ਜਾਂ ਤੁਹਾਡੇ ਲਈ ਸਭ ਕੁਝ ਸਾਰਾ ਰਸਤਾ ਕਲੀਅਰ ਹੈ ਤਾਂ ਉਹ ਇੱਕ ਬਹੁਤ ਹੀ ਅੱਛੀ ਫੀਲਿੰਗ ਹੁੰਦੀ ਹੈ ਐਂਡ ਇਸ ਫੀਲਿੰਗ ਪਾਉਣ ਦੇ ਵਿੱਚ IBT ਦਾ ਬਹੁਤ ਵੱਡਾ ਹੱਥ ਰਿਹਾ ਐਂਡ ਆਈ ਐਮ ਰੀਲੀ ਥੈਂਕਫੁਲ ਟੂ IBT ਟੀਮ। ਵੀ ਆਲਸੋ ਵੈਰੀ ਥੈਂਕਫੁਲ ਟੂ ਦਾ ਬ੍ਰਿਲੀਅੰਟ ਸਟੂਡੈਂਟ ਜਿਹੜੇ ਸਾਡੇ ਨਾਲ ਜੁੜਦੇ ਆ, ਸਾਡੀ ਤਾਰੀਫ ਵੀ ਕਰਦੇ ਆ, ਸਾਡੇ ਕੰਮ ਦੀ ਸਰਾਹਨਾ ਵੀ ਕਰਦੇ ਆ ਅਤੇ ਬਾਕੀ ਸਟੂਡੈਂਟਸ ਨੂੰ ਵੀ ਰეკਮੈਂਡ ਕਰਦੇ ਆ ਕਿ ਐਟਲੀਸਟ ਉਹ ਇੱਕ ਸਹੀ ਕੰਸਲਟੈਂਟ ਦੇ ਕੋਲ ਪਹੁੰਚ ਸਕਣ ਜਿਹੜਾ ਤੁਹਾਨੂੰ ਇੱਕ ਸਹੀ ਤਰੀਕੇ ਨਾਲ ਗਾਈਡੈਂਸ ਦੇ ਸਕਦਾ ਹੈ ਐਂਡ ਤੁਹਾਡਾ ਜੋ ਆਪਣਾ ਡਿਫਾਈਨਡ ਕੈਰੀਅਰ ਗੋਲ ਹੈ, ਚਾਹੇ ਉਹ ਕੋਈ ਵੀ ਕੰਟਰੀ ਹੈ, ਚਾਹੇ ਉਹ USA, ਆਸਟ੍ਰੇਲੀਆ, ਕੈਨੇਡਾ, UK ਕੋਈ ਵੀ ਕੰਟਰੀ ਹੈ, ਜੋ ਇੱਕ ਸਹੀ ਤਰੀਕਾ ਉਸ ਤਰੀਕੇ ਨੂੰ ਆਪਾਂ ਅਪਣਾ ਕੇ ਆਪਣੇ ਰਸਤੇ ਤੇ ਪਹੁੰਚ ਸਕੀਏ। ਸੋ ਕੋਈ ਹੋਰ ਸਲਾਹ ਉਹਨਾਂ ਬੱਚਿਆਂ ਨੂੰ ਜਿਹੜੇ ਇੰਟਰਵਿਊ ਦੀ ਸਪੈਸੀਫਿਕ ਤਿਆਰੀ ਕਰ ਰਹੇ ਆ। ਬਹੁਤ ਸਟੂਡੈਂਟ ਦੇ ਮਨ ਵਿੱਚ ਡਰ ਹੈ, ਪਤਾ ਨਹੀਂ ਕਿੰਨੇ ਕੁ ਸਵਾਲ ਉਹਨਾਂ ਨੇ ਪੁੱਛ ਲੈਣੇ ਹਨ, ਕੀ ਲੈਵਲ ਹੋਏਗਾ। ਐਂਡ ਇੱਕ ਚੀਜ਼ ਮੈਂ ਇੱਥੇ ਪੁੱਛਣਾ ਭੁੱਲ ਗਿਆ ਕਿ ਜਿਹੜਾ ਆਪਣਾ ਵੀਜ਼ਾ ਆਫੀਸਰ ਸੀਗਾ ਉਹ ਫੋਰਨਰ ਸੀਗੇ ਜਾਂ ਫਿਰ ਇੰਡੀਅਨ ਹੀ ਸੀਗੇ? ਨਹੀਂ ਸਰ, ਮੈਂ ਜਦੋਂ ਅਪਾਇੰਟਮੈਂਟ ਲਈ ਗਿਆ ਮੇਰੇ ਮੂਰੇ 3 ਵਿੰਡੋਜ਼ ਸੀਗੀਆਂ, ਤਿੰਨਾਂ ਤੇ ਅਮਰੀਕਨ ਵੀਜ਼ਾ ਆਫੀਸਰ। ਐਂਡ ਇੱਕ ਚੀਜ਼ ਹੋਰ ਮੈਂ ਪੁੱਛਣਾ ਚਾਹਾਂਗਾ, ਲਾਸਟ ਇੰਟਰਵਿਊ ਵਿੱਚ ਵੀ ਨਹੀਂ ਕਵਰ ਕਰ ਸਕੇ ਆਪਾਂ, ਕਿ ਉਹਨਾਂ ਦਾ ਐਕਸੈਂਟ ਪ੍ਰੋਪਰ ਸਮਝ ਵਿੱਚ ਆ ਜਾਂਦਾ ਹੈ, ਹਰ ਇੱਕ ਚੀਜ਼ ਪ੍ਰੋਪਰ ਸਮਝ ਆਉਂਦੀ ਕਿ ਜਾਂ ਫਿਰ ਆਪਾਂ ਨੂੰ ਜ਼ਿਆਦਾ ਜ਼ੋਰ ਲਗਾਉਣਾ ਪੈਂਦਾ ਜਾਂ ਬਾਰ-ਬਾਰ ਰਿਪੀਟ ਕਰਵਾਉਣਾ ਪੈਂਦਾ ਹੈ? ਕਿਸੇ ਵੀਜ਼ਾ ਆਫੀਸਰ ਦਾ ਐਕਸੈਂਟ ਥੋੜਾ ਜਿਹਾ ਥਿਕ ਹੋ ਸਕਦਾ ਬਟ ਤੁਹਾਨੂੰ ਉਹਨਾਂ ਦੀ ਆਵਾਜ਼ ਕਲੀਅਰਲੀ ਸੁਣੇਗੀ। ਆਲਦੋ ਆਸ-ਪਾਸ ਜਿਹੜੀਆਂ ਵੀਜ਼ਾ ਅਪਾਇੰਟਮੈਂਟ ਇੰਟਰਵਿਊਜ਼ ਲਈ ਵਿੰਡੋਜ਼ ਹੁੰਦੀਆਂ ਨੇ ਉਹਨਾਂ ਤੋਂ ਥੋੜੀ ਬਹੁਤ ਨੋਇਜ਼ ਵੀ ਹੁੰਦੀ ਹੈ ਬਟ ਜਸਟ ਫੋਕਸ ਕਿ ਉਹ ਕੀ ਬੋਲ ਰਹੇ ਹੈ ਐਂਡ ਤੁਹਾਨੂੰ ਪ੍ਰੋਪਰਲੀ ਸਮਝ ਆ ਜਾਏਗਾ। ਸੋ ਇੱਕ ਹੋਰ ਕੁਐਸਚਨ ਮੇਰਾ ਉਸੇ ਦਿਨ ਦੇ ਰਿਲੇਟਡ, ਕਿਉਂਕਿ ਸਟੂਡੈਂਟ ਨੂੰ ਬਹੁਤ ਹੈਲਪ ਮਿਲਦੀ ਹੈ, ਕਿ ਉਸ ਦਿਨ ਐਕਚੁਅਲ ਵਿੱਚ ਹੋਇਆ ਕੀ ਸੀਗਾ, ਕਿੰਨਾ ਕੁ ਵੀਜ਼ਾ ਅਪਰੂਵ ਹੋ ਰਿਹਾ ਸੀਗਾ? ਮੇਰੇ ਵਿੰਡੋ ਦੇ ਉੱਪਰ ਜਿੰਨੇ ਵੀ ਸਟੂਡੈਂਟਸ ਮੇਰੇ ਤੋਂ ਪਹਿਲਾਂ ਗਏ ਸੀ, ਮੇਰੇ ਤੋਂ ਪਹਿਲਾਂ 3 ਸਟੂਡੈਂਟ ਸੀ ਜੋ ਸੇਮ ਲਾਈਨ ਦੇ ਵਿੱਚ ਸੀਗੇ। ਅਸੀਂ 2 ਦਾ ਅਪਰੂਵ ਹੋਇਆ ਸੀ, 1 ਦਾ ਰਿਜੈਕਸ਼ਨ ਹੋਇਆ ਸੀ, ਉਸ ਤੋਂ ਬਾਅਦ ਮੇਰਾ ਅਪਰੂਵ ਹੋਇਆ ਸੀ। ਬਟ ਮੈਂ ਬਿਫੋਰ ਹੈਂਡ ਚੈੱਕ ਕੀਤਾ ਸੀ ਵੀ ਚੇਨਈ ਦੇ ਵਿੱਚ ਕਿੰਨੀਆਂ ਅਪਰੂਵਲਸ ਜਾਂ ਕਿੰਨੀਆਂ ਰਿਜੈਕਸ਼ਨਸ ਹੋ ਰਹੀਆਂ ਨੇ। ਜੀ ਬਿਫੋਰ ਮਾਈ ਇੰਟਰਵਿਊ ਕਾਫੀ ਰਿਜੈਕਸ਼ਨਸ ਵੀ ਹੋ ਰਹੀਆਂ ਸੀਗੀਆਂ ਬਟ ਓਵਰਆਲ ਕੰਪੈਰੀਟਿਵ ਰੇਟ ਆਪਾਂ ਦੇਖੀਏ ਦਿੱਲੀ ਕੌਂਸੂਲੇਟ ਜਾਂ ਚੇਨਈ ਕੌਂਸੂਲੇਟ ਦਾ, ਉਸ ਟਾਈਮ ਦੇ ਉੱਪਰ ਚੇਨਈ ਕੌਂਸੂਲੇਟ ਦੇ ਵਿੱਚ ਜ਼ਿਆਦਾ ਅਪਰੂਵਲਸ ਹੋ ਰਹੀਆਂ ਸੀ। ਸੋ ਸਟੂਡੈਂਟ ਇੱਕ ਸਮਾਰਟ ਡਿਸੀਜਨ ਆਪਾਂ ਲੈ ਸਕਦੇ ਹਾਂ, ਜਿਹੜੇ ਵੀ ਸਟੂਡੈਂਟ ਅਪਾਇੰਟਮੈਂਟਸ ਲੈ ਰਹੇ ਆ, ਥੋੜਾ ਚੇਨਈ ਵੱਲ ਨੂੰ ਆਪਾਂ ਆਪਣਾ ਜੋ ਡਾਇਰੈਕਸ਼ਨ ਆ ਮੂਵ ਕਰ ਸਕਦੇ ਹਾਂ, ਆਪਣਾ ਉਸ ਪਾਸੇ ਨੂੰ ਰੁਝਾਨ ਆਪਾਂ ਕਰ ਸਕਦੇ ਹਾਂ ਕਿ ਵੀਜ਼ਾ ਲੈਣ ਵਿੱਚ ਥੋੜੀ ਜਿਹੀ ਆਸਾਨੀ ਹੋ ਜਾਏ ਤਾਂ ਉਸ ਤੋਂ ਵਧੀਆ ਕੁਝ ਵੀ ਨਹੀਂ ਹੈ। ਸ਼ੋਰ ਸਰ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦਾ ਆਪਾਂ ਇੰਟਰਵਿਊ ਖਤਮ ਕਰਦੇ ਹਾਂ। ਇੱਕ ਵਾਰੀ ਪਾਰਸ ਜੀ ਨੂੰ ਫਿਰ ਬਹੁਤ ਵਧਾਈਆਂ ਦਿੰਦੇ ਹਾਂ। ਥੈਂਕ ਯੂ ਸਰ। ਐਂਡ ਉਹ ਸਾਰੇ ਵਿਊਵਰਸ ਜਿਹੜੇ USA ਸਟੱਡੀ ਵੀਜ਼ਾ ਦਾ ਪਲਾਨ ਕਰ ਰਹੇ ਆ, ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਆ ਐਂਡ ਬਹੁਤ ਸਾਰੇ ਫੰਡਸ ਨਹੀਂ ਹੈ, ਅਰਾਊਂਡ ਅਸੀਂ 80-90 ਹਜ਼ਾਰ ਦੇ ਵਿੱਚ ਸਟੂਡੈਂਟ ਦਾ USA ਐਮਬੈਸੀ ਤੱਕ ਇੰਟਰਵਿਊ ਕਰਾ ਦਿੰਦੇ ਆ। ਉਹਦੇ 'ਚ ਸਾਡੀ ਫੀਸ ਹੋ ਜਾਂਦੀ ਹੈ, ਉਹਦੇ 'ਚ ਐਮਬੈਸੀ ਫੀ ਕੰਪਲੀਟ ਹੋ ਜਾਂਦੀ ਹੈ, ਯੂਨੀਵਰਸਿਟੀ I-20 ਫੀਸ ਹੋ ਜਾਂਦੀ, ਸੇਵਿਸ ਫੀ ਹੋ ਜਾਂਦੀ ਹੈ ਐਂਡ ਬਹੁਤ ਘੱਟ ਕਾਸਟ ਹੈ। ਜੇ ਮੈਂ ਗੱਲ ਕਰਾਂ ਕੈਨੇਡਾ ਨਾਲ ਕੰਪੇਅਰ ਕਰਾਂ ਤੇ ਸਟੂਡੈਂਟ 18-19 ਲੱਖ ਲਗਾਉਣ ਤੋਂ ਬਾਅਦ ਫਿਰ 6-6 ਮਹੀਨੇ ਵੇਟ ਕਰਦਾ ਹੈ ਕਿ ਮੇਰਾ ਵੀਜ਼ਾ ਆਏ ਕਿ ਨਹੀਂ ਆਏ। USA ਇੱਕ ਐਸੀ ਕੰਟਰੀ ਹੈ ਤੁਹਾਡੇ ਤੋਂ ਕੋਈ ਪੁਰਾਣੇ ਫੰਡ ਨਹੀਂ ਮੰਗੇਗੀ। USA ਇੱਕ ਐਸੀ ਕੰਟਰੀ ਹੈ ਤੁਹਾਡੇ ਤੋਂ GIC ਨਹੀਂ ਪੇ ਕਰਾਏਗੀ, ਤੁਹਾਡੇ ਤੋਂ ਇੰਸ਼ੋਰੈਂਸ ਨਹੀਂ ਮੰਗੇਗੀ, ਤੁਹਾਡਾ ਮੈਡੀਕਲ ਨਹੀਂ ਕਰਾਏਗੀ, ਤੁਹਾਡੇ ਕੋਲ ਫੀਸ ਨਹੀਂ ਮੰਗੇਗੀ।
ਉਹ ਖਾਲੀ ਤੁਹਾਡੇ ਕੈਲੀਬਰ, ਤੁਹਾਡਾ ਕੌਨਫੀਡੈਂਸ, ਤੁਹਾਡੀ ਨੌਲੇਜ, ਤੁਹਾਡੇ ਸਕਿੱਲਸ ਐਂਡ ਤੁਹਾਡੇ ਐਕੈਡੈਮਿਕਸ ਦੇ ਬੇਸ ਦੇ ਉੱਪਰ ਤੁਹਾਨੂੰ ਅਸੈਸ ਕਰੇਗੀ ਇੰਟਰਵਿਊ ਦੇ ਵਿੱਚ। ਦੇਖੋ 30 ਤੋਂ 40% ਕੰਮ ਨੋ ਡਾਊਟ ਸਟੂਡੈਂਟ ਦਾ ਹੈ, ਪਰ 60 ਤੋਂ 70% ਕੰਮ ਇੱਕ ਕੰਸਲਟੈਂਟ ਦਾ ਹੈ ਕਿ ਯੂਨੀਵਰਸਿਟੀ ਸਿਲੈਕਸ਼ਨ, ਕੋਰਸ ਸਿਲੈਕਸ਼ਨ, ਕੌਂਸੂਲੇਟ ਸਿਲੈਕਸ਼ਨ, ਕਿ ਕਿੱਥੇ ਤੁਹਾਨੂੰ ਕਦੋਂ ਇੰਟਰਵਿਊ ਤੇ ਭੇਜਣਾ ਤੇ ਕਿਸ ਤਰ੍ਹਾਂ ਤੁਹਾਡੀ ਇੰਟਰਵਿਊ ਦੀ ਤਿਆਰੀ ਕਰਾਣੀ ਆ। ਸੋ ਤੁਹਾਡੇ ਮਨ 'ਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੈ, ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ, ਕੋਈ ਕੁਐਸਚਨ ਹੈ, ਕੋਈ ਕੁਐਰੀ ਹੈ, ਤੁਸੀਂ ਸਾਡੇ IBT ਓਵਰਸੀਜ਼ ਦੇ ਜਲੰਧਰ, ਲੁਧਿਆਣਾ, ਪਟਿਆਲਾ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਜਾ ਕੇ ਤੁਸੀਂ ਆਪਣੀ ਫ੍ਰੀ ਆਫ ਕਾਸਟ ਕਾਉਂਸਲਿੰਗ ਲੈ ਸਕਦੇ ਹੋ ਐਂਡ ਉਸ ਤੋਂ ਬਾਅਦ ਆਪਣਾ ਪ੍ਰੋਸੈਸ ਸਟਾਰਟ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਧੰਨਵਾਦ।